ਮਾਰ ਕੇ ਕਹਿੰਦੇ ਹੱਟ ਨਹੀਂ ਬੱਚੇ ਤੁਸੀਂ ਪਰਸੋਂ ਦਾ ਕੀ ਕਰਦੇ ਬੱਚੇ ਨਾਲ ਤੁਸੀਂ ਪਰਸੋਂ ਦਾ ਕੀ ਕਰਦੇ ਪਏ ਬੱਚੇ ਨਾਲ ਤੁਸੀਂ ਸਾਨੂੰ ਜਵਾਬ ਦੇ ਦਿਓ ਬੱਚਾ ਆਪਣੇ ਕਿਤੇ ਲੈ ਜਾਓ ਅੱਗੇ ਪਿੱਛੇ ਸਾਡੇ ਕੋਲ ਨਹੀਂ ਕੁਛ ਵੀ ਹੁੰਦਾ ਜੇ ਬੱਚਾ ਆ ਗਿਆ ਬਾਹਰ ਅਸੀਂ ਵੈਂਟੀਲੇਟਰ ਦੇ ਹੋਵੇ ਵੈਂਟੀਲੇਟਰ ਵੀ ਨਹੀਂ ਸਾਡੇ ਕੋਲ ਬੱਚੇ 48 घंटे कौन वेट करवाएगा ਕੌਣ ਆਏਗਾ ਤਾਂ ਆਪਰੇਸ਼ਨ ਡਾਕਟਰ ਹਾਲਾਂਕਿ ਸਾਨੂੰ ਪਤਾ ਵੀ ਅਸੀਂ ਰੱਬ ਨਹੀਂ ਹੈਗੇ ਸਾਡੇ ਪੇਰੈਂਟਸ ਨੂੰ ਕੁਝ ਹੋ ਜਾਂਦਾ ਸਾਨੂੰ ਕੁਝ ਹੋ ਜਾਂਦਾ ਸਾਡੇ ਬੱਚੇ ਨੂੰ ਕੁਝ ਹੋ ਜਾਂਦਾ देयर इज अ स्टेज वी कैन ਅਸੀਂ ਕਰ ਸਕਦੇ ਹਾਂ ਵੀ ਮੈਨੇਜ ਕਰ ਸਕਦੇ ਹਾਂ ਪਰ ਪ੍ਰਮਾਤਮਾ ਕੋਈ ਨਹੀਂ ਬਣ ਸਕਦਾ ਪਰ ਐਵਰੀਬਾਡੀ ਵਾਂਟਸ 100% ਰਿਜ਼ਲਟਸ ਮੇਰੇ ਕਾਕਾ ਜੀ ਐਕਸਪਾਇਰ ਕਰਤਾ ਜੀ ਇਹਨਾਂ ਨੇ ਹਸਪੀਟਲ ਵਾਲੇ ਦੀ ਅਣਗਹਿਲੀ ਕਾਰਨ ਮੇਰਾ ਕਾਕਾ ਚੱਲ ਗਿਆ ਜੀ ਮੇਰਾ ਪੇਟ ਪਾੜ ਕੇ ਮੇਰੇ ਬੱਚੇ ਨੂੰ ਕੱਢੋ ਕਿਉਂਕਿ ਮੈਂ ਚਾਹੁੰਦੀ ਹਾਂ ਕਿ ਮੈਂ 9 ਮਹੀਨੇ ਰੱਖਣਾ एक दिन पहला तक तो ये नहीं बोल रहे ਇੱਕ ਮਿੰਟ ਸਵੇਰੇ ਦੇ ਤੁਸੀਂ ਪਹਿਲੇ ਦਿਨ ਤੁਸੀਂ ਕਹਿ ਦੇਣਾ ਕਹਿੰਦੇ ਅਸੀਂ ਨੋਰਮਲ ਕਰਨੀ ਜੇ ਤੁਹਾਨੂੰ ਪਤਾ ਤੁਸੀਂ ਜਾ ਕੇ ਉਹਨਾਂ ਤੋਂ 16000 ਲੈ ਜਾਓ ਉਹਨਾਂ ਨੂੰ 16000 ਅੱਜ ਆਈ ਹੈ ਗੱਲ ਇਹ ਖਲੋਤੀ ਇਹਨਾਂ ਨਾਲ ਵੀ ਕੁਝ ਹੋ ਹੀ ਸਕਦਾ ਕੀ ਨਹੀਂ ਹੋ ਸਕਦਾ ਕਰ ਰਹੇ ਹੋ ਕਿਸੇ ਦਾ ਤੁਸੀਂ ਟ੍ਰੀਟਮੈਂਟ ਲੈ ਰਹੇ ਹੋ 9 ਮੰਥ ਤੋਂ ਠੀਕ ਹੈ ਤੁਹਾਨੂੰ ਉਹਦੀ ਪੂਰੀ ਹਿਸਟਰੀ ਪਤਾ ਹੁਣ ਮੈਂ ਕਿਸੇ ਦਾ ਟ੍ਰੀਟਮੈਂਟ ਕਰ ਰਹੀ ਹਾਂ ਮੈਨੂੰ ਉਹਦੀ ਪੂਰੀ ਹਿਸਟਰੀ ਪਤਾ ਹੈ ਨੈਚੁਰਲੀ ਗੱਲ ਹੈ ਕਿ ਮੈਨੂੰ ਪਤਾ ਹੈਗਾ ਕਿ ਅੱਗੇ ਕੀ ਹੋਣਾ ਤੇ ਕੀ ਨਹੀਂ ਹੋ नहीं कुछ नहीं आता नहीं पता नहीं पता होता जी हर मरीज अलग ही है किसी का किसी का सब एक सेकंड का नहीं पता नहीं पता नहीं पता समझ नहीं आएगा इन्होंने सिर्फ अपना ये सैटिस्फाई किया कि ਆਪਾਂ ਨੋਰਮਲ ਨਹੀਂ ਕਰਨਾ ਹੈ ਨੋਰਮਲ ਕਿਹਾ ਤੇ ਨੋਰਮਲ ਹੀ ਕਰਨਾ ਹੈਗਾ ਹੋਰ ਕੁਝ ਵੀ ਸੁਜੈਸ਼ਨ ਕੀਤਾ ਹੀ ਨਹੀਂ ਤੁਸੀਂ ਨਾ ਸੁਜੈਸਟ ਕੀਤਾ ਹੀ ਨਹੀਂ ਕਿ ਸਾਡੇ ਬੇਬੀ ਨੂੰ ਪ੍ਰੋਬਲਮ ਹੋ ਸਕਦੀ ਹੈ ਨੋਰਮਲ ਦੇ ਨਾਲ ਕੌਣ ਮਦਰ ਹੈ ਜਾਂ ਕੌਣ ਫਾਦਰ ਹੈ ਕੋਈ ਰਿਸਕ ਨਹੀਂ ਲਏਗਾ ਲਾਸਟ ਟਾਈਮ ਉਹ ਕਹੇਗਾ ਕਿ ਮੇਰਾ ਪੇਟ ਪਾੜ ਕੇ ਮੇਰੇ ਬੱਚੇ ਨੂੰ ਕੱਢੋ ਕਿਉਂਕਿ ਮੈਂ ਚਾਹੁੰਦੀ ਹਾਂ ਕਿ ਮੈਂ 9 ਮਹੀਨੇ ਰੱਖਣਾ एक दिन पहला तक तो ये नहीं बोल रहे ਇੱਕ ਮਿੰਟ ਬਾਅਦ ਕਹਿੰਦੇ ਪੇਸ਼ੈਂਟ ਠੀਕ ਸੀਗਾ ठीक से कहना ठीक से कहना फिर ਫਿਰ ਤੁਸੀਂ ਕਿੱਦਾਂ ਕਹਿਤਾ ਕਿ ਉਹ 80 किलो उससे तो नहीं 80 किलो ਤੁਸੀਂ वो तो भी किसी ने कहा था कि लेने तक कितना लगता है ਚੈੱਕ ਹੀ ਨਹੀਂ ਕੀਤਾ ਪ੍ਰੋਪਰ ਤਰੀਕੇ ਨਾਲ ਤੁਸੀਂ ਕਰਦੇ ਤੁਸੀਂ ਆਏ ਇੰਜੈਕਸ਼ਨ ਲਗਾਇਆ ਉਸ ਤੋਂ ਬਾਅਦ ਕਿਸੇ ਨੇ 10:30 ਵਜੇ ਇੰਜੈਕਸ਼ਨ ਲੱਗਿਆ ਬਹੁਤ ਟਾਈਮ ਹੁੰਦਾ 6:30 ਵਜੇ ਤੱਕ ਸ਼ਾਮ ਦੇ ਬਹੁਤ ਟਾਈਮ ਹੋ ਗਿਆ ਸਰ ਤੁਸੀਂ ਕਹਿ ਰਹੇ ਹੋ ਹਾਂ ਨਹੀਂ ਬਹੁਤ ਟਾਈਮ ਕੀ ਹੋ ਗਿਆ ਤੁਸੀਂ 9 ਮਹੀਨੇ ਤੋਂ ਮੀਟ ਕਰ ਰਹੇ ਮੈਮ ਨੂੰ ਉਹਦੀ ਸਾਰੀ ਕੰਡੀਸ਼ਨ ਪਤਾ पता होवे और हां देन पता होवेगा पता और हार्ट के पेशेंट है हार्ट के पेशेंट जाते हो जलंधर श्रीपाद ਦੇ ਜਾਂਦੇ ਨੇ ਇੱਕਦਮ ਬਾਈਪਾਸ ਸਰਜਰੀ ਹੋਈ ਪਈ ਸਰ ਐਮਰਜੈਂਸੀ ਜਾਂਦੇ ਐਮਰਜੈਂਸੀ कोई गारंटी नहीं होगी कोई गारंटी नहीं होगी नहीं गारंटी है सर नई गारंटी ਤੇ ਵੀ ਤੁਸੀਂ ਲੈਂਦੇ ਨਹੀਂ ਹੋ क्यों कहते बाकी ਹੁੰਦੇ ही केस ਤੁਸੀਂ ਐਮਰਜੈਂਸੀ क्यों नहीं होते बाकी आज 6 डिलीवरियां हो गई 6 डिलीवरियां हो गई डॉक्टर ने डॉक्टर बन गए डॉक्टर ਕਿ 9 ਮਹੀਨੇ ਤੁਸੀਂ ਮੋਨੀਟਰ ਨੈਚੁਰਲੀ ਗੱਲ ਆਪਾਂ ਪਿੰਡਾਂ 'ਚ ਰਹਿਣ ਵਾਲੇ ਸਾਨੂੰ ਇਸ ਚੀਜ਼ ਦੀ ਜ਼ਿਆਦਾ ਨੌਲੇਜ ਨਹੀਂ ਹੈ ਮਦਰਸ ਨੂੰ ਪੇਨ ਲੱਗਦੀ ਹੈ ਨਾ ਸਭ ਤੋਂ ਪਹਿਲਾਂ ਮਦਰਸ ਬੱਚੇ ਦਾ ਨਾਮ ਹੁੰਦਾ ਹੈ ਨਾਲ ਕੀ ਹੁੰਦਾ ਹੈ ਕਿ ਤੁਸੀਂ ਜੋ ਆਪਣਾ ਦੇਖੋ ਨਹੀਂ पूरी कंसेंट होता है ਮੈਡਮ ਨੇ ਕਹਿੰਦੇ ਪਰ ਮੈਮ ਉਹਨਾਂ ਨੂੰ ਸੁਝਾ ਸਮਝਾਇਆ ਯਾਰ ਸਾਈਨ ਲੈਣੇ ਉਸ ਤੋਂ ਬਾਅਦ ਪਰ ਤੁਸੀਂ ਬੈਨਰ ਲੱਗਿਆ ਹੋਇਆ ਬੈਨਰ ਤੋਂ ਦੇਖ ਕੇ ਪੇਸ਼ੈਂਟ ਪੜ ਲੈਂਦੇ ਆ ਜਿਹੜਾ ਮਰੀਜ਼ ਸੈਂਸਿਟਿਵ ਹੁੰਦਾ ਜ਼ਿਆਦਾ ਕੱਲ ਨੂੰ ਮੈਂ ਬੈਨਰ ਲੱਗਿਆ ਹੋਏਗਾ ਬੈਨਰ ਲੱਗਿਆ ਹੋਏਗਾ ਤੁਹਾਨੂੰ ਮੈਂ ਕਹਿੰਦਾ ਕਿ ਤੁਹਾਨੂੰ ਮੈਨੂੰ ਇਹ ਇੰਜੈਕਸ਼ਨ ਚਾਹੀਦਾ ਹੈਗਾ ਤੁਸੀਂ ਦੇ ਦੋਗੇ ਮੈਨੂੰ ਮੇਰੀ ਵਾਰੀ ਚਾਹੇ ਮੇਰੇ ਨਾਲ ਹਾਰਮਫੁਲ ਹੋਵੇ ਮੇਰੀ ਗੱਲ ਤਾਂ ਸੁਣਦੇ ਨਹੀਂ ਫਿਰ ਮੈਂ ਗੱਲ ਸਾਡੀ ਗੱਲ ਨਹੀਂ ਸਮਝਦੇ ਤੁਸੀਂ ਸਾਡੀ ਗੱਲ ਨਹੀਂ ਮੇਰੀ ਸਮਝਦੇ ਵਾਈਫ ਦੀ ਪੇਨਲੈਸ ਡਿਲੀਵਰੀ ਹੋਈ ਆ ਉਹਨੂੰ ਨਹੀਂ ਕੁਝ ਹੋਇਆ ਸਰ ਮੈਂ ਤੁਸੀਂ ਕਹਿੰਦੇ ਸਰ ਸਰ ਹਮਾਰੀ ਇੰਡਸਟਰੀ ਨਾ ਮੇਰੀ ਵਾਰੀ ਦੇਖੋ ਮੈਂ ਤਾਂ ਮੇਰੇ ਲਾਇਆ ਸਾਰੀ ਮੈਂ ਤੁਹਾਡੀ ਬੋਡੀ ਦਾ ਹੋਰ ਸਾਲ ਮੇਰੀ ਬੋਡੀ ਹੋਰ ਸਾਲ ਉਹ ਤਾਂ ਤੁਹਾਡੀ ਬੋਡੀ ਹੋਰ ਸਾਲ ਡਾਕਟਰ ਉਹਨਾਂ ਨੇ ਮੈਨੂੰ ਪਤਾ ਕਿ ਮੈਨੂੰ ਜਿਹੜਾ ਟ੍ਰੀਟਮੈਂਟ ਸੂਟੇਬਲ ਹੋਵੇਗਾ ਮੈਂ ਜਿੰਨੀ ਮੇਰੀ ਸੈਂਸਿਟਿਵ ਸਕਿਨ ਹੈ ਨਾ ਮੈਨੂੰ ਮੈਂ ਉਸ ਅਕੋਰਡਿੰਗ ਆਪਣਾ ਟ੍ਰੀਟਮੈਂਟ ਲੈਂਦੀ ਹਾਂ ਮੈਂ ਆਪਣਾ ਸੈਂਸਿਟਿਵ ਸਕਿਨ ਦੇ ਡਰਾਈ ਸਕਿਨ ਦੀ ਲਵਾਂਗੀ ਨਹੀਂ ਲਵਾਂਗੀ ਨਾ ਕਿਉਂਕਿ ਮੈਨੂੰ ਪਤਾ ਮੇਰੇ ਹਾਰਮਫੁਲ ਹੈ ਤੁਸੀਂ ਮੋਨੀਟਰ ਕਰ ਰਹੇ ਹੋ ਉਹਨੂੰ ਤੁਹਾਨੂੰ ਪਤਾ ਨਹੀਂ ਚਾਹੀਦਾ ਸੀ ਕਿ ਉਹਨੂੰ ਆਪਾਂ ਇੰਜੈਕਸ਼ਨ ਦੇਣ ਨਾਲ ਕੋਈ ਪ੍ਰੋਬਲਮ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ ਤੁਸੀਂ ਉਹਨੂੰ ਇੰਜੈਕਸ਼ਨ ਦਿੱਤਾ ਉਸ ਤੋਂ ਬਾਅਦ ਕਿਸੇ 10:30 ਵਜੇ ਤੋਂ ਬਾਅਦ ਡਾਕਟਰ ਦਾ ਫਰਜ਼ ਬਣਦਾ ਸਾਰਾ ਨਹੀਂ ਦੇਖਿਆ ਕਿਉਂ ਨਹੀਂ ਦੇਖਿਆ ਕੌਣ ਕਹਿੰਦਾ ਨਹੀਂ ਦੇਖਿਆ ਦੇਖੋ ਨਹੀਂ ਦੇਖਿਆ ਨਾਲ ਦੇ ਨਰਸਾਂ ਨੇ ਦੇਖਿਆ ਕਿਉਂ ਨਰਸਾਂ ਨੇ ਦੇਖਿਆ
जब पैसा प्रॉपर पा रहे थे नर्स क्यों देखा थे हम भी ज्यादा खान डॉक्टर आने चेक करे क्यों नहीं करता डॉक्टर आने चेक प्राइवेट क्यों आ रहे हैं पहले ये कर रहे आप प्राइवेट क्यों आ रहे हैं क्यों हो गया उसे नर्स दे दी नहीं भैया क्यों आ रहे हैं आप प्राइवेट क्यों आ रहे हैं दसो ना ਸਾਨੂੰ ਵੀ क्यों आ रहे थे उसे डॉक्टर ने कहा कि बोलोगे पेशेंट आप प्राइवेट से कैसे डॉक्टर ने बोल दिया किस करके यार पहचान के क्यों हाँ डॉक्टर ने बोल दिया नहीं डॉक्टर ने मजाक वो एक पेशेंट को नहीं मैं रख सकता क्यों आ रहे साਡਾ फर्स्ट है पर डॉक्टर हर वेले एक पेशेंट मैं को नहीं बैठने ਮੀਡੀਆ ਕਰ ਸਕਦਾ मॉनिटर देखो कर रही है मॉनिटर इधर की गल नहीं है प्लीज और डॉक्टर मेरी बात ਕੱਲ ਹੋਰ ਵੀ ਡਿਲੀਵਰੀ ਹੋਣੀ ਹੈ ਨਾ हां ਸੇਮ ਸਾਰੇ ਬੱਚੇ ਬਚੇ हैं सील को डालते हैं ना तो ਬੈਸਟ ਨਹੀਂ ਹੋਇਆ ਤੁਹਾਡਾ ਬੈਸਟ ਨਹੀਂ ਹੋਇਆ ਕਿ ਤੁਸੀਂ ਕਿਹਾ ਜੇ ਬੈਸਟ ਹੋਇਆ ਹੁੰਦਾ ਨਾ ਸਾਨੂੰ ਅੱਜ ਇਹੋ ਜਿਹੀ ਕੰਡੀਸ਼ਨ ਚ ਖੜੇ ਮਿਲਣਾ ਹੀ ਨਹੀਂ ਅਸੀਂ ਤਾਂ ਥੋੜੀ ਦੇ ਸਕਦੇ ਹਾਂ ਨਿਤਿਨ ਮਹਿਰਾ ਮੈਂ ਬੇਸਿਕਲੀ ਪਠਾਨਕੋਟ ਦਾ ਰਹਿਣ ਵਾਲਾ ਇੱਥੇ ਇਰੀਗੇਸ਼ਨ ਡਿਪਾਰਟਮੈਂਟ 'ਚ ਜੌਬ ਕਰਦਾ ਪਿਆ ਮੈਂ ਕੀ ਹੋ ਗਿਆ ਇੱਥੇ ਹਸਪੀਟਲ ਵਿੱਚ ਕੀ ਗੱਲਬਾਤ ਹੋਈ ਹੈ ਮੇਰੇ ਕਾਕਾ ਜੀ ਐਕਸਪਾਇਰ ਕਰਤਾ ਜੀ ਇਹਨਾਂ ਨੇ ਹਸਪੀਟਲ ਵਾਲੇ ਦੀ ਅਣਗਹਿਲੀ ਕਾਰਨ ਮੇਰਾ ਕਾਕਾ ਚੱਲ ਗਿਆ ਜੀ ਡਿਲੀਵਰੀ ਹੋਣੀ ਸੀ ਹਾਂਜੀ ਡਿਲੀਵਰੀ ਸੀਗੀ ਇਹਦੀ 2 ਤਰੀਕ ਡਿਊ ਡੇਟ ਸੀ ਆਈ ਐਡਵਾਂਸ 'ਚ ਇੱਥੇ 28 ਤਰੀਕ ਨੂੰ ਐਡਮਿਟ ਕਰਵਾਇਆ 2 ਤਰੀਕ ਦੀ ਇਹਨਾਂ ਨੇ ਡੇਟ ਦਿੱਤੀ ਸੀ ਆਈ 28 ਨੂੰ ਐਡਮਿਟ ਕਰਾਇਆ ਕਿ ਐਡਵਾਂਸ 'ਚ ਜਮ੍ਹਾਂ ਐਡਮਿਟ ਹੋ ਜਾਵੇ ਤਾਂ ਕਿ ਡਿਲੀਵਰੀ ਨਾਰਮਲ ਹੋ ਜਾਵੇ ਜਾਂ ਸਰਜਰੀਨ ਜਿਹੜੀ ਵੀ ਹੋਣੀ ਆ ਡਾਕਟਰਾਂ ਦੇ ਕੰਸਰਨ ਤੇ ਸਾਰਾ ਕੁਝ ਚੱਲਦਾ ਪਿਆ ਸੀਗਾ ਤੇ ਹੁਣ ਇਹ ਗੱਲ ਕੀ ਹੋਈ ਕਿ ਤੱਕ ਕਿੱਦਾਂ ਹੋ ਗਈ ਜਦ ਡਾਕਟਰਾਂ ਦੇ ਕੰਸਰਨ ਤੇ ਚੱਲ ਰਹੀ ਸਭ ਕੁਝ ਪਤਾ ਨਹੀਂ ਜੀ ਆਪਾਂ ਤਾਂ ਗੱਲ ਸਾਡੇ ਨਾਲ 20 ਤਰੀਕ ਨੂੰ ਹੋਈ ਸੀ ਡਾਕਟਰ ਮੈਡਮ ਨੂੰ ਮੈਂ ਚੈੱਕਅਪ ਕਰਾਉਣ ਆਇਆ ਸੀ ਕਹਿੰਦੇ ਜੀ ਆਪਣੇ ਘਰ ਵਾਲਿਆਂ ਨਾਲ ਗੱਲ ਕਰਕੇ 28 29 ਤਰੀਕ ਨੂੰ ਤੁਸੀਂ ਨਾ ਸਕੈਨ ਕਰਾ ਕੇ ਆ ਜਾਓ ਆਪਾਂ 28 ਨੂੰ ਸਕੈਨ ਕਰਾਈ ਮੈਂ ਸ਼ਾਮ ਨੂੰ ਇੱਥੇ ਐਡਮਿਟ ਕਰਾਤਾ ਮੈਡਮ ਕਹਿੰਦੇ ਜੀ ਕੋਈ ਗੱਲ ਨਹੀਂ ਟੈਨਸ਼ਨ ਲੈਣ ਦੀ ਲੋੜ ਨਹੀਂ ਨਾਰਮਲ ਡਿਲੀਵਰੀ ਹੋ ਜੂਗੀ ਇਹਨਾਂ ਨੇ ਜੀ ਸਾਰੀ ਰਾਤ ਗਲੂਕੋਜ਼ ਲਾਈ ਰੱਖਿਆ ਦੂਜੇ ਦਿਨ ਵੀ ਦੁਪਹਿਰ ਦਾ ਟਾਈਮ ਟਪਾਤਾ ਕਹਿੰਦੇ ਜੀ 3-4 ਵਜੇ ਤੱਕ ਡਿਲੀਵਰੀ ਹੋ ਜੂ ਪਰ 3-4 ਵਜੇ ਪਤਾ ਨਹੀਂ ਮੈਂ ਬਾਹਰ ਸੀਗਾ ਮੰਮੀ ਮੇਰੇ ਅੰਦਰ ਸੀਗੇ ਵਾਈਫ ਕੋਲ ਉਹ ਕਹਿੰਦੇ ਕਿ ਇਹਨਾਂ ਨੇ ਇੱਕ ਇੰਜੈਕਸ਼ਨ ਲਾਇਆ ਜਿਹਦੇ ਕਾਰਨ ਮੇਰੀ ਵਾਈਫ ਨੂੰ ਨੀਂਦ ਆਉਂਦੀ ਵੀ ਸੀਗੀ ਤੇ ਸ਼ਾਮ ਨੂੰ ਇਹਨਾਂ ਨੇ ਨਾ ਹਾਰਟ ਬੀਟ ਚੈੱਕ ਕੀਤੀ ਕਹਿੰਦੇ ਕਿ ਹਾਰਟ ਬੀਟ ਸ਼ੋ ਨਹੀਂ ਕਰਦੀ ਪਈ ਹੈਗੀ ਤੇ ਜਦ ਕਿ ਸਾਰਾ ਕੰਸਰਨ ਇਹਨਾਂ ਤੇ ਛੱਡਿਆ ਪਿਆ ਸੀਗਾ ਕਿ ਜੋ ਤੁਸੀਂ ਕਰਨਾ ਉਹ ਕਰ ਲਓ ਚਾਹੇ ਆਪਰੇਟ ਕਰਨਾ ਆਪਰੇਟ ਕਰ ਲਓ ਨਾਰਮਲ ਕਰਾਉਣਾ ਨਾਰਮਲ ਕਰਾ ਲਓ ਤੇ ਸ਼ਾਮ ਨੂੰ 6-7 ਵਜੇ ਮੈਂ ਮੈਡਮ ਨੂੰ ਮਿਲਿਆ ਮੈਂ ਕਿਹਾ ਮੈਡਮ ਆਪਾਂ ਕੱਲ੍ਹ ਦੇ ਆਏ ਪਏ ਸਾਡੀ ਡਿਲੀਵਰੀ ਨਹੀਂ ਹੋਈ ਚੈੱਕ ਤਾਂ ਕਰੋ ਫਿਰ ਮੈਡਮ ਉੱਠ ਕੇ ਗਏ ਤਾਂ ਉਹਨਾਂ ਨੇ ਕਿਹਾ ਕਿ ਹਾਰਟ ਬੀਟ ਚੈੱਕ ਨਹੀਂ ਸ਼ੋ ਨਹੀਂ ਹੁੰਦੀ ਵੀ ਫਿਰ ਉਹਨਾਂ ਨੇ ਸਕੈਨ ਕੀਤੀ ਸਕੈਨ 'ਚ ਵੀ ਨਹੀਂ ਆਈ ਐਮਰਜੈਂਸੀ ਡਿਲੀਵਰੀ ਕਰਾਈ ਇਹਨਾਂ ਨੇ ਉਹ ਕਹਿੰਦੇ ਕਿ ਬੱਚੇ ਨੇ ਪੋਟੀ ਅੰਦਰ ਕਰਤੀ ਲੇਕਿਨ ਮੈਨੂੰ ਇਹ ਦੱਸੋ ਕਿ ਜਦ ਅਸੀਂ ਸਾਰਾ ਡਾਕਟਰ ਦੇ ਹਿਸਾਬ ਨਾਲ ਤੁਰਦੇ ਪਏ ਇਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਬੱਚਾ ਮੈਚਿਓਰ ਹੈ ਜਾਂ ਕਿੱਦਾਂ ਹੈਗਾ ਕਿ ਇਹਦਾ ਸਰਜਰੀਨ ਹੋ ਸਕਦਾ ਨਾਰਮਲ ਹੋ ਸਕਦਾ ਇਹਨਾਂ ਨੂੰ ਕਦੋਂ ਤੇ ਆਏ ਹੋਏ ਤੋਂ ਹਸਪੀਟਲ ਆਪਾਂ 28 ਤਰੀਕ ਦੇ ਆਏ ਪਏ ਆ ਜੀ ਸਾਡੀ 2 ਜੁਲਾਈ ਡਿਊ ਡੇਟ ਸੀਗੀ ਆਪਾਂ ਐਡਵਾਂਸ 'ਚ ਇੱਥੇ ਬੈਠੇ ਆਣ ਕੇ ਕਿ ਸਾਨੂੰ ਸਾਡੀ ਵਾਈਫ ਨੂੰ ਮੇਰੇ ਬੱਚੇ ਨੂੰ ਕੋਈ ਪ੍ਰੋਬਲਮ ਨਾ ਆਵੇ ਲੇਕਿਨ ਇਹਨਾਂ ਨੇ ਬੱਚਾ ਮੇਰਾ ਮਾਰਤਾ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਛੋਟੀਆਂ ਛੋਟੀਆਂ ਕੁੜੀਆਂ ਇਹਨਾਂ ਨੇ ਕੰਮ ਤੇ ਰੱਖੀਆਂ ਵੀਆਂ ਉਹ ਆਉਂਦੀਆਂ ਪੇਸ਼ੈਂਟ ਦੇ ਫੈਮਿਲੀ ਨੂੰ ਬਾਹਰ ਕੱਢ ਕੇ ਆਪੇ ਅੰਦਰ ਪਤਾ ਨਹੀਂ ਕੀ ਕਰਦੀਆਂ ਰਹਿੰਦੀਆਂ ਡਾਕਟਰ ਆਪ ਕਿੰਨੀ ਕੁ ਵਾਰੀ ਰਾਉਂਡ ਤੇ ਇੱਕ ਜਾਂ 2 ਵਾਰੀ ਆਏ ਆ ਡਾਕਟਰ ਬਸ ਇੱਕ ਮਾਰਨਿੰਗ ਟਾਈਮ ਆਇਆ ਸ਼ਾਮ ਨੂੰ ਮੈਂ ਜਾ ਕੇ ਬੋਲਿਆ ਤਾਂ ਮੈਡਮ ਆਏ ਆ ਚੈੱਕ ਕਰਨ ਤਾਂ ਇਹਨਾਂ ਨੂੰ ਪਤਾ ਲੱਗਿਆ ਕਿ ਬੱਚੇ ਦੀ ਹਾਰਟ ਬੀਟ ਨਹੀਂ ਚੱਲਦੀ ਵੀ ਹੈਗੀ ਕੀ ਲੱਗਦਾ ਤੁਹਾਨੂੰ ਕਿ ਲਾਪਰਵਾਹੀ ਕਰਕੇ ਲਾਪਰਵਾਹੀ ਜੀ ਡਾਕਟਰ ਦੀ ਲਾਪਰਵਾਹੀ ਹੈ ਜਦ ਆਹੀ ਡਾਕਟਰ ਦੇ ਕੰਸਰਨ ਦੇ ਸਾਰੇ ਅਨੁਸਾਰ ਤੁਰਦੇ ਪਏ ਹੈਗੇ ਆ ਸਕੈਨਿੰਗਾਂ ਵਗੈਰਾ ਡਾਕਟਰ ਦੇ ਕਹਿਣ ਤੇ ਦਵਾਈਆਂ ਵਗੈਰਾ ਡਾਕਟਰ ਦੇ ਕਹਿਣ ਤੇ ਤੁਰਿਆ ਤੇ ਫਿਰ ਡਾਕਟਰ ਨੂੰ ਵੀ ਚਾਹੀਦਾ ਕਿ ਜੇ ਨਾਰਮਲ ਡਿਲੀਵਰੀ ਨਹੀਂ ਹੁੰਦੀ ਵੀ ਸਾਨੂੰ ਸੁਜੈਸ਼ਨ ਕਰਨ ਕਿ ਨਾਰਮਲ ਡਿਲੀਵਰੀ ਨਹੀਂ ਹੈਗੀ ਸਰਜਰੀਨ ਹੋਣਾ ਆਪਰੇਟ ਹੋਣਾ ਤਾਂ ਅਸੀਂ ਆਪਰੇਟ ਵੀ ਕਰਵਾ ਲੈਣਾ ਸੀ ਲੇਕਿਨ ਡਾਕਟਰ ਨੇ ਸਾਨੂੰ ਇਹੀ ਦਿਲਾਸਾ ਦੇ ਰੱਖਿਆ ਜੀ 12 ਵਜੇ ਹੋ ਜੂ 3 ਵਜੇ ਹੋ ਜੂ 6 ਵਜੇ ਹੋ ਜੂ 8 ਵਜੇ ਹੋ ਜੂ ਜਦੋਂ ਸ਼ਾਮ ਦਾ ਟਾਈਮ ਆਇਆ ਜੀ ਕਹਿੰਦੇ ਜੀ ਨਹੀਂ ਜੀ ਤੁਹਾਡਾ ਕਾਕਾ ਨਹੀਂ ਬਚਿਆ ਜੀ ਡੈਥ ਡਿਲੀਵਰੀ ਦੌਰਾਨ ਹੋਈ ਹੈ ਕਿ ਪੇਟ ਵਿੱਚ ਹੋਈ ਪੇਟ ਵਿੱਚ ਹੀ ਕਹਿੰਦੇ ਸੀ ਧੜਕਣ ਦੀ ਆਵਾਜ਼ ਨਹੀਂ ਸੁਣਦੀ ਵੀ ਹੁਣ ਆਪਾਂ ਮੈਂ ਸ਼ੋਰ ਨਹੀਂ ਕਰ ਸਕਦਾ ਡਾਕਟਰ ਤਾਂ ਕਹਿੰਦੇ ਪੇਟ ਦੇ ਵਿੱਚ ਹੀ ਧੜਕਣ ਨਹੀਂ ਸੀ ਸੁਣਦੀ ਵੀ ਕਾਕੇ ਦੀ ਗੱਲਬਾਤ ਡਾਕਟਰ ਦੇ ਨਾਲ ਗੱਲਬਾਤ ਚੱਲ ਰਹੀ ਹੈ ਕੀ ਕਹਿ ਰਹੇ ਆ ਉਹ ਪਤਾ ਨਹੀਂ ਜੀ ਫੈਮਿਲੀ ਮੈਂਬਰ ਅੰਦਰ ਹੈ ਉਹ ਕਹਿੰਦੇ ਜੀ ਸਾਡਾ ਕੋਈ ਕਸੂਰ ਨਹੀਂ ਹੈਗਾ ਲੇਕਿਨ ਆਪਾਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਆਹੀ ਤਾਂ ਡਾਕਟਰ ਹੈ ਨਹੀਂ ਆਹੀ ਤਾਂ ਤੁਹਾਡੇ ਆਸਰੇ ਆਉਂਦੇ ਆ ਕਹਿੰਦੇ ਡਾਕਟਰ ਰੱਬ ਦਾ ਰੂਪ ਹੈ ਲੇਕਿਨ ਇਹਨਾਂ ਨੇ ਤਾਂ ਰੱਬ ਰੂਪ ਨੂੰ ਵੀ ਗੰਦਾ ਕਰਤਾ ਫੜ ਕੇ ਕੀ ਮੰਗ ਕਰਦੇ ਹੋ ਮੰਗ ਇਹੀ ਕਰਦੇ ਆ ਜੀ ਇਹਦੀ ਚੰਗੀ ਤਰ੍ਹਾਂ ਜਾਂਚ ਹੋਣੀ ਚਾਹੀਦੀ ਹੈ ਕਿਹਦੀ ਗਲਤੀ ਕਾਰਨ ਸਾਡਾ ਬੇਬੀ ਗਿਆ ਹੈਗਾ ਡਾਕਟਰ ਦੀ ਗਲਤੀ ਕਾਰਨ ਗਿਆ ਨਰਸ ਦੀ ਗਲਤੀ ਕਾਰਨ ਗਿਆ ਕਿਸੇ ਨੇ ਕੋਈ ਇੰਜੈਕਸ਼ਨ ਗਲਤ ਲਾਤਾ ਜਿਹਦੇ ਕਾਰਨ ਸਾਡਾ ਬੱਚਾ ਜਿਹੜਾ ਇਸ ਦੁਨੀਆ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਚੱਲ ਗਿਆ ਐਕਚੁਅਲ ਰੀਜ਼ਨ ਪੇਸ਼ੈਂਟ ਇਹ 3rd ਟਾਈਮ ਇਹਨੂੰ ਪ੍ਰੈਗਨੈਂਸੀ ਹੋਈ ਸੀ ਪਹਿਲਾਂ 2 ਇਹਦੇ ਅਬੋਰਸ਼ਨਸ ਸੀ ਇਸ ਟਾਈਮ ਪ੍ਰੈਗਨੈਂਸੀ ਮੇਰੇ ਟ੍ਰੀਟਮੈਂਟ ਨਾਲ ਹੋਈ 9 ਮੰਥਸ ਇਹਨੇ ਮੇਰੇ ਕੋਲ ਚੈੱਕਅਪ ਕਰਵਾਇਆ ਠੀਕ ਹੈ ਟਾਈਮ ਇਹਦਾ ਹੁਣ ਪੂਰਾ ਸੀ ਪੇਨਸ ਨਹੀਂ ਸੀ ਲੱਗੀਆਂ ਅਸੀਂ
ਮਤਲਬ ਉਹਨਾਂ ਦੀ ਫੁੱਲ ਕੰਸੈਂਟ ਲੈ ਕੇ ਵੀ ਨੋਰਮਲ ਡਿਲੀਵਰੀ ਹੀ ਕਰਾਉਣੀ, ਅਸੀਂ ਪ੍ਰੋਸੈਸ ਪੇਨ ਦਾ ਸਟਾਰਟ ਕੀਤਾ। ਤੇ ਪੇਨ ਦਾ ਜੋ ਪ੍ਰੋਸੈਸ ਸਟਾਰਟ ਕੀਤਾ, ਪੇਸ਼ੈਂਟ ਦੇ ਰਿਲੇਟਿਵਸ ਨੇ ਮਤਲਬ ਐਪੀਡਿਊਰਲ ਐਨੈਸਥੀਸੀਆ ਵਾਲੇ ਅੱਜ ਕੱਲ੍ਹ ਸਾਰਿਆਂ ਨੂੰ ਪਤਾ ਹੈ, ਉਹਦੇ ਵਾਸਤੇ ਕੰਸੈਂਟ ਦਿੱਤੀ ਕਿਉਂਕਿ ਪੇਸ਼ੈਂਟ ਸਾਡੀ ਪੇਨ ਸਹਾਰਦੀ ਨਹੀਂ ਹੈ। ਉਹਨੂੰ ਐਪੀਡਿਊਰਲ ਐਨੈਸਥੀਸੀਆ ਵਿਦ ਪ੍ਰੋਪਰ ਪ੍ਰੀਕਾਸ਼ਨਸ ਐਂਡ ਪ੍ਰੋਪਰ ਮੋਨੀਟਰਿੰਗ ਦਿੱਤਾ ਗਿਆ। ਪੇਸ਼ੈਂਟ ਦੀ ਲੇਬਰ ਦਾ ਪ੍ਰੋਗਰੈਸ ਨੋਰਮਲ ਸੀ, ਸਾਰਾ ਐਪੀਡਿਊਰਲ ਦਾ ਪ੍ਰੋਸੈਸ, ਪੇਸ਼ੈਂਟ ਵਾਸ ਪੇਨਲੈਸ ਡਿਊਰਿੰਗ ਦ ਪੇਨਸ। ਤੇ ਐਟ ਅਰਾਊਂਡ 8 ਵਜੇ ਦੇ ਅਰਾਊਂਡ ਸਡਨਲੀ, ਕਿਉਂਕਿ ਫੀਟਲ ਹਾਰਟ ਦੀ ਮੋਨੀਟਰਿੰਗ ਹੁੰਦੀ ਹੈ ਸਾਡੀ ਵਾਰ-ਵਾਰ, ਅਸੀਂ ਬੇਬੀ ਦੀ ECG ਵੀ ਲਈਦੀ ਹੈ ਤੇ ਐਵਰੀਥਿੰਗ ਵਾਸ ਫਾਈਨ। ਸਡਨਲੀ ਪੇਸ਼ੈਂਟ ਦਾ ਹਾਰਟ ਬੀਟ ਡਿਪ ਕੀਤੀ। ਡਿਪ ਕਰਨ ਕਰਕੇ ਇੱਕਦਮ ਜਦੋਂ ਮੈਂ ਸਕੈਨ 'ਤੇ ਚੈੱਕ ਕੀਤਾ, ਬੇਬੀ ਵਾਸ ਮਤਲਬ ਡਿਪਿੰਗ ਬੇਬੀਜ਼ ਹਾਰਟ ਬੀਟ ਐਂਡ ਪੇਸ਼ੈਂਟ ਜਿਹੜਾ ਸੀ ਫੁੱਲੀ ਡਾਇਲੇਟਡ ਸੀ। ਮੈਂ ਉਹਨੂੰ ਇੱਕਦਮ ਸ਼ਿਫਟ ਕਰਕੇ ਉੱਪਰ ਆਪਣੇ ਥੀਏਟਰ ਦੇ ਵਿੱਚ ਬੇਬੀ ਕੱਢ ਲਿਆ। ਠੀਕ ਹੈ, ਬੇਬੀ ਕੱਢ ਲਿਆ। ਬੇਬੀ ਦੀ ਹਾਰਟ ਬੀਟ ਸਲੋ ਚੱਲ ਰਹੀ ਸੀ, ਪਰ ਜਦੋਂ ਬੱਚਾ ਅਸੀਂ ਬਾਹਰ ਕੱਢਿਆ, ਬੱਚੇ ਦੇ ਬੈਕ ਵਾਟਰਸ ਜਿਹੜੇ ਹੁੰਦੇ ਆ, ਪਿੱਛੋਂ ਜਿਹੜਾ ਪਾਣੀ ਆਉਂਦਾ ਉਹਦੇ ਵਿੱਚ ਪੋਟੀ ਸੀ ਉਹਦੇ, ਤੇ ਪੋਟੀ ਸੀ। ਡਾਕਟਰ ਸਾਹਿਬ ਬੱਚਿਆਂ ਵਾਲੇ ਨੇ ਵੀ ਪੂਰੀ ਮਿਹਨਤ ਨਾਲ ਅੰਦਰੋਂ ਲੰਗਸ ਤੋਂ ਉਹਨੂੰ ਪੋਟੀ ਕੱਢਣ ਦਾ ਕੋਈ ਤਰੀਕਾ ਨਹੀਂ ਹੁੰਦਾ, ਬੱਚੇ ਨੂੰ ਰਿਸੈਸੀਟੇਟ ਕੀਤਾ। ਵੀ ਟਰਾਈਡ ਆਵਰ ਬੈਸਟ, ਬਟ ਪੇਸ਼ੈਂਟ ਦੇ ਰਿਲੇਟਿਵ ਨੂੰ, ਦੈਟ ਵਾਜ਼ ਅ ਮੇਲ ਬੇਬੀ, ਵੀ ਕੁਡਨਟ ਸੇਵ ਦਾ ਬੇਬੀ, ਪਰ ਰਿਲੇਟਿਵਸ ਨੂੰ ਇਹ ਗਰਾਜਾ ਵੀ ਨੈਗਲੀਜੈਂਸ ਹੋਈ ਹੈ। ਹਾਲਾਂਕਿ ਆਈ ਨੋ, ਮਾਈ ਗੋਡ ਨੋਜ਼, ਹੈ ਨਾ, ਮਾਈ ਕੌਨਸ਼ੀਅਸ ਨੋਜ਼ that nothing wrong was done, simply the relatives are agitated because it was, they lost their baby। ਉਹ ਕਹਿੰਦੇ ਆਪਾਂ 2 ਦਿਨ ਤੋਂ ਆਏ ਹੋਏ ਹਾਂ। ਨਹੀਂ, that was ਨਹੀਂ ਧਿਆਨ ਦਿੱਤਾ ਜਾ ਰਿਹਾ। ਬੇਟਾ ਉਹ ਸਭ ਝੂਠ ਬੋਲਦੇ ਨੇ, ਸਭ ਝੂਠ ਇਸ ਕਰਕੇ ਬੋਲਦੇ ਆ। 28 ਤਰੀਕ ਸ਼ਾਮ ਨੂੰ 7 ਵਜੇ ਡਿਲੀਵਰੀ ਹੋਈ ਹੈ, ਉਹ 7 ਵਜੇ ਐਡਮਿਸ਼ਨ ਹੋਈ ਉਹਦੀ, 7 ਵਜੇ ਰਾਤ ਨੂੰ ਅਸੀਂ ਕੋਈ ਇੰਡਕਸ਼ਨ ਨਹੀਂ ਕਰੀਦੀ। ਉਹ ਸਿਰਫ ਪੇਸ਼ੈਂਟ ਵੀ ਯੂਜ਼ ਟੂ ਹੋ ਜਾਏ ਹਸਪੀਟਲ ਐਟਮੋਸਫੀਅਰ ਦੇ, ਉਹਦਾ BP ਵਗੈਰਾ ਨਾ ਵੱਧ ਜਾਏ, ਅਸੀਂ ਰਾਤ ਨੂੰ ਰੱਖ ਲਈਦਾ, ਐਂਟੀਬਾਇਓਟਿਕਸ ਦੇਈਦੇ ਆ। ਪਰ ਉਹਨਾਂ ਵੱਲ ਤੁਸੀਂ ਇੰਨੀ ਐਫਰਟਸ ਦੀ ਗੱਲ ਕਰ ਰਹੇ ਹੋ, ਹਾਂਜੀ। ਇਹਨੂੰ ਜਾਣਦੇ ਹੋ, ਦੂਜੇ ਪਾਸੇ ਟੋਟਲੀ ਹਾਂਜੀ, ਪੇਰੈਂਟਸ ਵੱਲੋਂ ਕਿਹਾ ਜਾਂਦਾ ਵੀ ਟੋਟਲੀ ਨੈਗਲੀਜੈਂਸੀ ਹੋਈ ਹੈ, ਦੈਟਸ ਵਾਈ ਸਾਡਾ ਬੇਬੀ। ਇਹ ਬਹੁਤ ਦੁੱਖ ਵਾਲੇ ਮਨ ਨਾਲ ਮੈਂ ਕਹਿੰਦੀ ਹਾਂ, ਇਹ ਹੁਣ ਸਾਡੀ ਸੁਸਾਇਟੀ ਦਾ ਸਿਸਟਮ ਹੀ ਬਣ ਗਿਆ ਹੋਇਆ, ਸਿਸਟਮ ਬਣ ਗਿਆ ਜਸਟ ਟੂ ਬਲੇਮ ਦ ਡਾਕਟਰਸ। ਠੀਕ ਹੈ, ਦ ਮੇਨ ਰੀਜ਼ਨ ਇਜ਼, ਇੱਕ ਤਾਂ ਚਲੋ ਬੱਚਾ ਲਾਸ ਹੋਇਆ, ਦੈਟ ਇਜ਼ ਇਟ, ਬਾਕੀ ਵਿੱਚ ਬੰਦੇ ਖੜੇ ਹੋ ਜਾਂਦੇ ਵੀ ਡਾਕਟਰ ਹੈਗਾ, ਇਹਨੂੰ ਕਾਬੂ ਕਰੋ। ਹੁਣ ਡਾਕਟਰ, ਹਾਲਾਂਕਿ ਸਾਨੂੰ ਪਤਾ ਵੀ ਅਸੀਂ ਰੱਬ ਨਹੀਂ ਹੈਗੇ, ਸਾਡੇ ਪੇਰੈਂਟਸ ਨੂੰ ਕੁਝ ਹੋ ਜਾਂਦਾ, ਸਾਨੂੰ ਕੁਝ ਹੋ ਜਾਂਦਾ, ਸਾਡੇ ਬੱਚੇ ਨੂੰ ਕੁਝ ਹੋ ਜਾਂਦਾ, ਦੇਅਰ ਇਜ਼ ਅ ਸਟੇਜ ਵੀ ਕੈਨ, ਅਸੀਂ ਕਰ ਸਕਦੇ ਹਾਂ ਵੀ ਮੈਨੇਜ ਕਰ ਸਕਦੇ ਹਾਂ, ਪਰ ਪਰਮਾਤਮਾ ਕੋਈ ਨਹੀਂ ਬਣ ਸਕਦਾ। ਪਰ ਐਵਰੀਬਡੀ ਵਾਂਟਸ 100% ਰਿਜ਼ਲਟਸ। ਬਟ ਉਹਨਾਂ ਨੂੰ ਬਲੇਮ ਲਗਾਇਆ ਜਾ ਰਿਹਾ ਹਾਂਜੀ, ਕਿ ਡਿਲੀਵਰੀ ਨੂੰ ਲੈ ਕੇ ਕਦੀ ਕਹਿੰਦੇ ਕਿ 2 ਘੰਟੇ ਰੁਕ ਜਾਓ, ਕਦੀ ਦੁਪਹਿਰ, ਕਦੀ ਬੇਟਾ they don't know it, how is the labor process, it first delivery, because it was previous to abortion, that patient will behave like a first delivery, ਕਿਉਂਕਿ ਜੇ ਪਹਿਲਾਂ ਡਿਲੀਵਰੀ ਨਹੀਂ ਹੋਈ, abortion ਤਾਂ ਥੋੜੇ ਟਾਈਮ ਤੇ ਹੋਈਆਂ ਸੀ, ਤੇ ਉਹ ਜਦੋਂ ਵੀ ਡਿਲੀਵਰੀ ਦਾ ਪ੍ਰੋਸੈਸ ਹੁੰਦਾ, it takes around ਮੈਕਸਿਮਮ ਸਾਨੂੰ 12 hours ਮਿਲਦੇ ਹੁੰਦੇ ਆ, ਤੇ ਉਹਦੀ ਇੰਡਕਸ਼ਨ ਸ਼ੁਰੂ ਹੋਈ ਹੈ ਸਵੇਰੇ 7-8 ਵਜੇ। ਠੀਕ ਹੈ ਨਾ, ਤੇ ਜਿਹੜੇ ਅਬਾਊਟ ਕੀਤੇ ਨਹੀਂ ਮੈਂ ਨਹੀਂ ਕੀਤੇ, ਉਹ ਕਿਸੇ ਹੋਰ ਕੋਲ ਹੋਏ ਸੀ, ਉਹ ਮੈਨੂੰ ਨਹੀਂ ਪਤਾ ਜੀ, ਕਿਤੇ ਹੋਰ ਹੋਏ ਸੀ ਉਹਦੇ ਬੱਚੇ। ਮਤਲਬ ਪਹਿਲਾਂ 2 ਵਾਰ ਉਹਨਾਂ ਹਾਂਜੀ, ਉਹ ਅਸੀਂ ਜਦੋਂ ਹਿਸਟਰੀ ਲਈਦੀ ਹੈ ਨਾ, ਹਿਸਟਰੀ ਵਿੱਚ ਅਸੀਂ ਆਬਸਟ੍ਰੈਟਿਕਲ ਹਿਸਟਰੀ ਲਈਦੀ ਆ, ਆਬਸਟ੍ਰੈਟਿਕਲ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ। ਗੁਰੂ ਕਬੀਰ ਜੀ 9872 82491। Get X Love back in your life। ਮੋਣੀ ਵਸ਼ੀਕਰਨ ਕਰਵਾਓ, ਮਨਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ। ਪਰੇਸ਼ਾਨੀ ਜਿਵੇਂ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਪਤੀ ਪਤਨੀ ਚ ਅਣਬਣ, ਔਲਾਦ ਸੁੱਖ, ਵਿਦੇਸ਼ ਯਾਤਰਾ, PR ਚ ਰੁਕਾਵਟ, ਖੋਇਆ ਪਿਆਰ ਵਾਪਸ ਪਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਕਰਜ਼ਾ ਮੁਕਤੀ, ਪ੍ਰੇਮ ਵਿਆਹ ਚ ਦੇਰੀ, ਤਲਾਕ ਕੇਸ ਜਾਂ ਜ਼ਮੀਨੀ ਝਗੜਾ, ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ। ਪਿਆਰ ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ। ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ, ਇਟਸ ਮਾਈ ਪ੍ਰੋਮਿਸ।